ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤਾਜ਼ਾ ਖਬਰ ਇਹ ਵੇ ਕਿ ਇੰਡੀਆ ਨੂੰ ਪਿਛਲੇ ਸਾਲ ਜਿਹੜੇ ਰੈਮਿਟੈਂਸਿਸ ਆਏ ਨੇ ਉਹਦੇ ਓਵਰਸੀਜ਼ ਨਿਕਲੇ ਨੇ 125 ਅਰਬ ਡਾਲਰ। 125 ਅਰਬ ਡਾਲਰ ਏਡੀ ਵੱਡੀ ਰਕਮ ਹੈ ਕਿ ਸ਼ਾਇਦ ਪਾਕਿਸਤਾਨ ਦੇ ਲੋਕ ਜਾਂ ਹਕੂਮਤ ਇਹਨਾਂ ਤਸੱਵੁਰ ਵੀ ਨਹੀਂ ਕਰ ਸਕਦੀ। ਅਸੀਂ ਜਿਹੜੇ 1 ਅਰਬ ਡਾਲਰ ਦੀ ਇਮਦਾਦ ਵਾਸਤੇ ਜਾਂ ਕਰਜ਼ ਵਾਸਤੇ ਆਲਮੀ ਅਦਾਰਿਆਂ ਦੇ ਪੈਰ ਫੜਨ ਡਏ ਹਾਂ, ਸਾਨੂੰ ਅਗਰ 125 ਅਰਬ ਡਾਲਰ ਮਿਲ ਜਾਣ ਤੇ ਅਸੀਂ ਕਿਤੇ ਤੇ ਕਿਤੇ ਪੜ ਜਾਈਏ। ਅੱਛਾ, ਇਹ ਇੰਡੀਆ ਦੀ ਜਿਹੜੀ GDP ਹੈ ਕੁੱਲ, ਇਹ ਉਹਦਾ 3% ਹੈ। ਤੇ ਇੰਡੀਆ ਦੇ ਜਿਹੜੇ ਤਾਰਕੀਨ ਵਤਨ ਨੇ ਜਾਂ ਓਵਰਸੀਜ਼ ਹੈਗੇ ਨੇ ਇੰਡੀਅਨ, ਉਹ ਪੂਰੀ ਦੁਨੀਆ ਦੇ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰ ਰਹੇ ਨੇ, ਆਪਣੀ ਐਕਸਪਰਟਿਜ਼ ਦੇ ਰਹੇ ਨੇ ਔਰ ਆਪਣੀ ਸਕਿੱਲ ਦੀ ਵਜ੍ਹਾ ਨਾਲ ਇੰਨੇ ਪੈਸੇ ਉਹ ਕਮਾ ਰਹੇ ਨੇ। ਬਹੁਤ ਵੱਡੀ ਰਕਮ ਹੈ 125 ਅਰਬ ਡਾਲਰ। ਔਰ 125 ਅਰਬ ਡਾਲਰ ਦੇ ਨਾਲ ਇੰਡੀਆ ਦੇ ਵਿੱਚ ਬਹੁਤ ਸਾਰਾ ਕੰਮ ਹੋ ਸਕਦਾ। ਔਰ ਮੇਰਾ ਖਿਆਲ ਇਕੱਲੀ ਇਹ ਗੱਲ ਤਾਂ ਨਹੀਂ ਕਿ 2023 'ਚ ਹੀ ਉਹਨਾਂ ਨੇ ਇੰਨੇ ਪੈਸੇ ਭੇਜੇ ਨੇ, ਉਸ ਤੋਂ ਪਹਿਲੇ ਵੀ ਕਾਫੀ ਰਕਮ ਜਾ ਰਹੀ, ਹਰ ਸਾਲ ਜਾ ਰਹੀ ਔਰ ਅੱਗੇ ਵਧੇਗੀ ਗੱਲ। ਮਸਲਾ ਇਹ ਆਇਆ ਕਿ ਮੈਂ ਖਬਰ ਵੇਖਣ ਤੋਂ ਬਾਅਦ ਸੋਚ ਰਿਹਾ ਵਾਂ ਕਿ ਪਾਕਿਸਤਾਨ ਦੇ ਜਿਹੜੇ ਓਵਰਸੀਜ਼ ਨੇ ਮੁਖਤਲਿਫ ਮੁਲਕਾਂ ਦੇ ਵਿੱਚ, ਯੂਰਪ 'ਚ ਨੇ, ਅਮਰੀਕਾ 'ਚ ਨੇ ਔਰ ਸਭ ਨਾਲੋਂ ਜ਼ਿਆਦਾ ਓਵਰਸੀਜ਼ ਜਿਹੜੇ ਨੇ ਉਹ UAE ਅਤੇ ਸਾਊਦੀ ਅਰਬ ਦੇ ਵਿੱਚ ਨੇ ਸਾਡੇ। ਇਹਨਾਂ ਦੀ ਮਜਮੂਈ ਜਿਹੜੀ ਰਕਮ ਹੈ ਉਹ ਹਰ ਸਾਲ ਕੋਈ 26, 27, 28 ਅਰਬ ਡਾਲਰ ਬਣਦੀ ਹੈ। ਇਹ ਬੜੀ ਮਿਹਨਤ ਕਰਨ ਡਏ ਨੇ ਲੋਕ ਉੱਥੇ, ਲੇਕਿਨ ਚੂँਕਿ ਮਜ਼ਦੂਰ ਨੇ, ਘੱਟ ਪੜ੍ਹੇ ਲਿਖੇ ਨੇ, ਅਤੇ ਇਹਨਾਂ ਦੇ ਜਿੰਨੀ ਆਮਦਨੀ ਹੈਗੀ ਹੈ ਉਸ ਹਿਸਾਬ ਨਾਲ ਹੀ ਉਹਨਾਂ ਨੇ ਪੈਸੇ ਕਰਦੇ ਨੇ ਪਾਕਿਸਤਾਨ। ਅੱਛਾ, ਇਹ ਉਹ ਕਰਨ ਡਏ ਨੇ ਆਪਣਾ ਕੰਮ, ਲੇਕਿਨ ਇਹਨਾਂ ਦੀ ਬੇਕਦਰੀ ਜਿਹੜੀ ਹੈ ਉਹ ਕਿਸ ਤਰ੍ਹਾਂ ਹੋਈ ਪਾਕਿਸਤਾਨ ਦੇ ਵਿੱਚ। ਮੈਂ ਜਾਇਜ਼ਾ ਲਿਆ ਜਦੋਂ ਕਿ ਇੰਡੀਅਨ 125 ਅਰਬ ਡਾਲਰ ਉਹਨਾਂ ਨੇ ਘੱਲੇ ਆਪਣੇ ਮੁਲਕ ਇੱਕ ਸਾਲ ਦੇ ਵਿੱਚ, ਅਤੇ ਇਹਦੀ ਵਜ੍ਹਾ ਕੀ। ਮੈਂ ਦੇਖਿਆ ਕਿ ਇੰਡੀਅਨ ਹਕੂਮਤ ਨੇ ਆਪਣੇ ਓਵਰਸੀਜ਼ ਨੂੰ ਬੜੇ ਸਪੈਸ਼ਲ ਮੁਰਾਦ ਦਿੱਤੀਆਂ ਨੇ। ਉਹਨਾਂ ਦੇ ਜ਼ਮੀਨਾਂ ਦੇ ਉੱਤੇ ਕੋਈ ਕਬਜ਼ੇ ਨਹੀਂ ਹੁੰਦੇ। ਜਿਹੜੀਆਂ ਉਹਨਾਂ ਦੀ ਫੈਮਲੀਜ਼ ਇੱਥੇ ਹੈਗੀਆਂ ਨੇ, ਉਹਨਾਂ ਦੀ ਲੁੱਕ ਆਫਟਰ ਇੰਡੀਅਨ ਗਵਰਨਮੈਂਟ ਬਹੁਤ ਅੱਛਾ ਕਰ ਰਹੀ। ਔਰ ਏਅਰਪੋਰਟਸ ਦੇ ਉੱਤੇ ਜਿਹੜਾ ਸਲੂਕ ਹੈ ਉਹਨਾਂ ਦੇ ਨਾਲ, ਉਹ ਬਹੁਤ ਅੱਛਾ ਹੁੰਦਾ ਵੇ। ਉਹਨਾਂ ਦੀ ਤਹਿਕੀਰ ਨਹੀਂ ਹੁੰਦੀ ਔਰ ਉਹਨਾਂ ਦੀ ਰਿਸਪੈਕਟ ਕੀਤੀ ਜਾਂਦੀ ਹੈ। ਇੱਕ VIP ਪ੍ਰੋਟੋਕੋਲ ਦਿੱਤਾ ਜਾਂਦਾ ਹੈ ਕਿ ਇੰਡੀਆ ਵਾਸਤੇ ਕਮਾ ਰਹੇ ਨੇ। ਔਰ ਉਹ ਖਬਰ ਵੀ ਤੁਸੀਂ ਵੇਖੀ ਹੋਣੀ, ਚੰਦ ਹਫ਼ਤੇ ਪਹਿਲੇ ਆਈ ਸੀ ਕਿ ਇੰਡੀਆ ਇੱਕ ਜਿਹੜੀ ਟ੍ਰੇਨ ਹੈ ਸਮੁੰਦਰ ਦੇ ਵਿੱਚੋਂ, ਉਹ ਜਨਾਬ ਲਿੰਕ ਕਰ ਰਿਹਾ ਹੈ UAE ਦੇ ਨਾਲ। ਯਾਨੀ UAE ਦੇ ਵਿੱਚ ਜਿਹੜੇ 28 ਲੱਖ ਇੰਡੀਅਨ ਕੰਮ ਕਰਨ ਡਏ ਨੇ, ਉਹਨਾਂ ਨੂੰ ਇੱਕ ਸਸਤੀ ਟਰਾਂਸਪੋਰਟ ਦੇਣ ਵਾਸਤੇ ਸਮੁੰਦਰ ਦੇ ਵਿੱਚੋਂ ਟ੍ਰੇਨ ਕੱਢ ਰਿਹਾ ਇੰਡੀਆ। ਅਤੇ ਇਹ ਕਿਉਂ ਕੀਤਾ ਜਾ ਰਿਹਾ? ਇਸ ਵਾਸਤੇ ਕਿ ਇੰਡੀਆ ਨੂੰ ਉਸ ਪਾਸੇ ਪੈਸੇ ਆ ਰਹੇ ਨੇ। ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹ ਬੜੇ ਜ਼ੋਰ ਸ਼ੋਰ, ਜੋਸ਼ੋ ਖਰੋਸ਼ ਦੇ ਨਾਲ ਪਾਕਿਸਤਾਨ ਪੈਸਾ ਘੱਲਣ ਡਏ ਸਨ। ਫਿਰ ਇੱਕ ਗੱਲ ਸਾਹਮਣੇ ਆਈ ਉਹਨਾਂ ਦੀ ਰਿਆਇਤ ਦੇ ਸਿਲਸਿਲੇ ਦੇ ਵਿੱਚ ਕਿ ਉਹਨਾਂ ਨੂੰ ਇੱਥੇ ਵੋਟ ਦਾ ਹੱਕ ਦੇ ਦਿੱਤਾ ਜਾਵੇ। ਇਹਦੇ ਉੱਤੇ ਓਵਰਸੀਜ਼ ਪਾਕਿਸਤਾਨੀ ਜਿਹੜੇ ਨੇ ਉਹ ਬਹੁਤ ਖੁਸ਼ ਸਨ, ਲੇਕਿਨ ਪਾਕਿਸਤਾਨ ਦੇ ਵਿੱਚ ਕੁਝ ਹਲਕਿਆਂ ਨੇ ਇਸ ਗੱਲ ਨੂੰ ਬੜਾ ਮਾਈਂਡ ਕੀਤਾ। ਉਹਨਾਂ ਨੇ ਕਿਹਾ ਔਰ ਪ੍ਰੋਪੇਗੈਂਡਾ ਕੀਤਾ ਕਿ ਇਹਦੇ ਨਾਲ ਤਾਂ ਜੀ ਬੈਰੂਨੀ ਜਿਹੜਾ ਅਸਰ ਰਸੂਖ ਹੈ, ਮੁਦਾਖਲਤ ਹੈ ਪਾਕਿਸਤਾਨ ਦੇ ਮਾਮਲਾ 'ਚ ਉਹ ਵੱਧ ਜਾਏਗੀ। ਅੱਲਾ ਦੇ ਬੰਦਿਓ, ਅਸੀਂ ਵੇਖਣ ਡਏ ਹਾਂ ਪਾਕਿਸਤਾਨ ਦੇ ਨਿਜ਼ਾਮ ਦੇ ਵਿੱਚ ਕਿੱਥੋਂ ਮੁਦਾਖਲਤ ਹੋ ਰਹੀ ਹੈ, ਅਤੇ ਜਿਹੜੀ ਇਸ ਪਾਸੇ ਮੁਦਾਖਲਤ ਹੋ ਵੀ ਅਗਰ ਜਾਵੇ ਤਾਂ ਕਿੰਨੀ ਕੁ ਹੋਵੇਗੀ। ਜਦ ਕਿ ਅਸੀਂ ਤਾਂ ਬਰਾਹ ਰਾਸਤ ਵੱਡੀਆਂ ਮੁਦਾਖਲਤਾਂ ਵੇਖਣ ਡਏ ਹਾਂ ਕਿ ਹਕੂਮਤਾਂ ਬਣਦੀਆਂ ਨੇ, ਡੇਗੀਆਂ ਜਾਂਦੀਆਂ ਨੇ ਔਰ ਹਕੂਮਤਾਂ ਨੂੰ ਦਬਾਅ 'ਚ ਲਿਆਂਦਾ ਜਾਂਦਾ ਵੇ। ਕਿਹੜੀਆਂ ਗੱਲਾਂ ਨਹੀਂ ਮਨਾਈਆਂ ਗਈਆਂ। ਅਤੇ ਇਹ ਜਿਹੜੇ ਓਵਰਸੀਜ਼ ਨੇ ਪਾਕਿਸਤਾਨੀ, ਇਹਨਾਂ ਕੋਲੋਂ ਵੋਟ ਦਾ ਹੱਕ ਲੈ ਕੇ ਇਹ ਗਲਤੀ ਕੀਤੀ ਗਈ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਸੀ, ਉਹਦਾ ਜ਼ਰੀਏ ਵੀ ਇਹ ਵੋਟ ਪੈਣਾ ਸੀ, ਉਹਦਾ ਵੀ ਖਾਤਮਾ ਕੀਤਾ ਗਿਆ। ਇਹਦੇ ਨਾਲ ਇੰਤਖਾਬੀ ਅਮਲ ਸ਼ਫਾਫ ਹੋਣਾ ਸੀ, ਇਹ ਖਤਮ ਹੋ ਗਈ ਗੱਲ। ਔਰ ਫਿਰ ਇੱਥੇ ਜਿਹੜੀ ਉਹਨਾਂ ਦੀ ਸ਼ਿਕਾਇਤ ਨੇ, ਉਹਦੇ ਇਜ਼ਾਲੇ ਵਾਸਤੇ ਓਵਰਸੀਜ਼ ਪਾਕਿਸਤਾਨੀਜ਼ ਕਮਿਸ਼ਨ ਬਣਿਆ। ਉਹ ਕੰਮ ਕਰ ਰਿਹਾ ਸੀ ਅਦਾਰਾ, ਅਤੇ ਉਹ ਹੈਗਾ ਤਾਂ ਅਰਸੇ ਤੋਂ ਕਾਇਮ ਹੈ, ਲੇਕਿਨ ਉਹਦੇ ਜਿਹੜੇ ਜ਼ਿੰਮੇ ਕੰਮ ਹੈਗੇ ਨੇ ਉਹ ਅਦਾਰਾ ਨਹੀਂ ਕਰ ਰਿਹਾ। ਮਤਲਬ ਸ਼ਿਕਾਇਤ ਆ ਕੇ ਕਰਦੇ ਨੇ ਓਵਰਸੀਜ਼ ਕਿ ਜਨਾਬ ਇੱਥੇ ਅਸੀਂ ਪ੍ਰਾਪਰਟੀ ਖਰੀਦੀ ਅਤੇ ਪਿੱਛੇ ਕੋਈ ਬਦਮਾਸ਼, ਕੋਈ ਗੁੰਡਾ ਹੈ, ਨਾ ਸਿਰ ਕੋਈ ਸਿਆਸਤਦਾਨਾਂ ਦੇ ਫਰੰਟਮੈਨਾਂ ਨੇ ਜਾਂ ਕਿਸੇ ਹੋਰ ਐਸੇ ਜਰਾਇਮ ਪੇਸ਼ਾ ਬੰਦੇ ਨੇ ਉਹਦੇ ਪਲਾਟ ਦੇ ਉੱਤੇ ਕਬਜ਼ਾ ਕਰ ਲਿਆ, ਉਹਦੇ ਘਰ ਦੇ ਉੱਤੇ ਕਬਜ਼ਾ ਕਰ ਲਿਆ, ਉਹਦੇ ਖੇਤਾਂ 'ਤੇ ਕਬਜ਼ਾ ਕਰ ਲਿਆ।
ਮਾਲ ਮਵੇਸ਼ੀਆਂ ਦੇ ਕਰ ਲਿਆ। ਅਤੇ ਇਹਦੇ ਵਿੱਚ ਉਹ ਪਾਕਿਸਤਾਨੀ ਕਹਿੰਦੇ ਨੇ ਅਸੀਂ ਤਾਂ ਕਮਾਈ ਵਾਸਤੇ ਬਾਹਰ ਗਏ ਹਾਂ ਅਤੇ ਪਾਕਿਸਤਾਨ 'ਚ ਪੈਸਾ ਘੱਲਣ ਡਏ ਹਾਂ, ਅਤੇ ਜੇ ਸਾਡੇ ਨਾਲ ਪਿੱਛੇ ਕੋਈ ਖਰਾਬੀ ਹੋ ਜਾਵੇ ਤਾਂ ਫਿਰ ਸਟੇਟ ਵੀ ਤਾਂ ਜ਼ਿੰਮੇਦਾਰ ਬਣੇ ਨਾ। ਅਤੇ ਉਹ ਸਟੇਟ ਨੂੰ ਜ਼ਿੰਮੇਦਾਰ ਬਣਾਉਣ ਵਾਸਤੇ ਇਹ ਇਦਾਰਾ ਸੀ, ਉਹ ਇਦਾਰੇ ਨੇ ਕੋਈ ਕੰਮ ਨਹੀਂ ਕੀਤਾ। ਦਰਮਿਆਨ 'ਚ ਇੱਕ ਵਕਫਾ ਆਇਆ ਕਿ ਥੋੜ੍ਹਾ ਬਹੁਤ ਉਹਨਾਂ ਦਿਲਚਸਪੀ ਲਈ, ਬਿਹਤਰੀ ਵਾਸਤੇ ਵੀ ਕੰਮ ਹੋਇਆ, ਲੇਕਿਨ ਹੁਣ ਵੀ ਉਹ ਇਦਾਰਾ ਇੰਝ ਹੀ ਔਰ ਪਹਿਲੇ ਵੀ ਇੰਝ ਹੀ ਸੀ। ਪਾਕਿਸਤਾਨੀਆਂ ਦੀ ਸ਼ਿਕਾਇਤ ਦੂਰ ਨਹੀਂ ਹੋ ਪਾ ਰਹੀਆਂ। ਇਸੇ ਤਰ੍ਹਾਂ ਇੱਕ ਮਸਲਾ ਇਹ ਆਇਆ ਕਿ ਇਹ ਲੋਕ ਜਦੋਂ ਆਉਂਦੇ ਸਨ ਏਅਰਪੋਰਟ ਦੇ ਉੱਤੇ, ਅਤੇ ਏਅਰਪੋਰਟ ਦੇ ਉੱਤੇ ਇਹਨਾਂ ਨਾਲ ਜਿਹੜੀ ਬਦਸਲੂਕੀ ਹੁੰਦੀ, ਹੁਣ ਵੀ ਹੁੰਦੀ, ਬਹੁਤ ਹੁੰਦੀ। ਸਾਡੇ ਜਿਹੜੇ ਇੱਥੇ ਲੋਕ ਨੇ ਏਅਰਪੋਰਟ ਦੇ ਉੱਤੇ ਉਹਨਾਂ ਨੂੰ ਰਿਸੀਵ ਕਰਨ ਵਾਲੇ, ਜਿਹੜੇ ਇਮੀਗ੍ਰੇਸ਼ਨ ਵਾਲੇ ਨੇ, ਜਿਹੜੇ FIA ਵਾਲੇ ਨੇ, ਜਿਹੜੇ ਹੋਰ ਡਿਪਾਰਟਮੈਂਟ ਕਸਟਮ ਵਾਲੇ ਨੇ, ਉਹ ਉੱਥੇ ਇਸ ਹੱਦ ਤੱਕ ਬਲੈਕਮੇਲ ਕਰਦੇ ਨੇ। ਉਹਨਾਂ ਦੀ ਸਮਾਨ ਦੀ ਤਲਾਸ਼ੀ ਲੈ ਕੇ, ਤਲਾਸ਼ੀ ਦੇ ਬਾਅਦ ਵਕਤ ਜ਼ਾਇਆ ਕਰਕੇ, ਔਰ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੰਟਰਨੈਸ਼ਨਲ ਫਲਾਈਟ ਦੇ ਮੁਸਾਫਰ ਨੇ, ਅਤੇ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਨਾਲ ਪਰੇਸ਼ਾਨ ਕਰਦੇ ਨੇ, ਜਿੰਨੀ ਦੇਰ ਤੱਕ ਕਿ ਉਹਨਾਂ ਨੂੰ ਕੋਈ ਦੇ ਦਿਲਾ ਨਾ ਦਿੱਤਾ ਜਾਵੇ। ਔਰ ਆਏ ਦਿਨ ਅਸੀਂ ਐਸੀਆਂ ਵੀਡੀਓਜ਼ ਵੇਖਦੇ ਹਾਂ ਕਿ ਉੱਥੇ ਪਾਕਿਸਤਾਨੀ ਏਅਰਪੋਰਟ 'ਤੇ ਉਤਰੇ ਨੇ ਓਵਰਸੀਜ਼, ਅਤੇ ਉਹਨਾਂ ਨਾਲ ਬਦਸਲੂਕੀ ਹੋਈ, ਮਾਰ ਕਟਾਈ ਹੋਈ। ਅਤੇ ਉਹ ਲੋਕ ਫਿਰ ਜਦੋਂ ਇੱਥੋਂ ਜਾਂਦੇ ਨੇ ਅਤੇ ਉਹਨਾਂ ਇਹੋ ਤਹਈਆ ਕਰਦੇ ਨੇ ਕਿ ਭਾਵੇਂ ਭੁੱਖੇ ਮਰ ਜਾਣ, ਅਸੀਂ ਇਹਨਾਂ ਨੂੰ ਪੈਸੇ ਨਹੀਂ ਕਰਨੇ ਇੱਥੇ। ਫਿਰ ਜਦੋਂ ਉਹਨਾਂ ਦੀ ਇੱਕ ਪੋਲੀਟੀਕਲ ਵੀ ਪਸੰਦ ਨਾਪਸੰਦ ਹੁੰਦੀ, ਅਤੇ ਓਵਰਸੀਜ਼ ਪਾਕਿਸਤਾਨੀ ਜਿਹੜੇ ਹੈਗੇ ਨੇ, ਪੂਰੀ ਦੁਨੀਆ ਦਾ ਉਹਨਾਂ ਅੱਗੇ ਐਕਸਪੋਜਰ ਹੈਗਾ ਵੇ। ਉਹ ਵੇਖਦੇ ਨੇ ਦੁਨੀਆ ਦੇ ਨਿਜ਼ਾਮ ਨੂੰ, ਜਿਹੜੀਆਂ ਸੁਸਾਇਟੀਆਂ 'ਚ ਰਹਿੰਦੇ ਨੇ, ਉੱਥੇ ਉਹ ਜਮਹੂਰੀਅਤ ਨੂੰ, ਉਹਦੀ ਸ਼ਕਲ ਵੇਖਦੇ ਨੇ ਕਿ ਅੱਛਾ ਜਮਹੂਰੀਅਤ ਤਾਂ ਇੰਝ ਦੀ ਹੁੰਦੀ, ਅਤੇ ਜਿਹੜੇ ਆਪਣੇ ਮੁਲਕ ਦੇ ਵਿੱਚ ਉਹਨਾਂ ਦੀ ਜਮਹੂਰੀਅਤ ਹੈ, ਉਹਦੀ ਸ਼ਕਲ ਕੋਈ ਚੜੇਲ ਵਰਗੀ, ਗੁਡੈਨ ਵਰਗੀ ਵੇਖਦੇ ਨੇ। ਅਤੇ ਉਹ ਕਹਿੰਦੇ ਨੇ ਕਿ ਯਾਰ ਜਮਹੂਰੀਅਤ ਉਹ ਜਿੱਥੇ ਅਸੀਂ ਰਹਿਣ ਡਏ ਹਾਂ ਜਿਹੜੇ ਮੁਲਕਾਂ ਦੇ ਵਿੱਚ, ਅਤੇ ਇੱਥੇ ਜਮਹੂਰੀਅਤ ਦੇ ਰੂਪ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦਾ ਨਿਜ਼ਾਮ ਦਿੱਤਾ ਜਾ ਰਿਹਾ। ਅਤੇ ਉਹ ਨਿਜ਼ਾਮ ਦੀ ਬਿਹਤਰੀ ਵਾਸਤੇ ਜਦੋਂ ਕੋਈ ਮੁਤਾਲਬਾ ਕਰਦੇ ਨੇ ਜਾਂ ਕੋਈ ਕੋਸ਼ਿਸ਼ ਕਰਦੇ ਨੇ, ਅਤੇ ਉਹਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ। ਜਦੋਂ ਇਹ ਵਾਲੀ ਸੂਰਤ ਹਾਲ ਪੈਦਾ ਹੁੰਦੀ, ਅਤੇ ਓਵਰਸੀਜ਼ ਪਾਕਿਸਤਾਨੀਆਂ ਦਾ ਅਤੇ ਇੱਥੋਂ ਦੇ ਜਿਹੜੇ ਫੈਸਲਾ ਕਰਨ ਵਾਲੇ ਹਲਕੇ ਨੇ, ਉਹਨਾਂ ਦੇ ਦਰਮਿਆਨ ਇੱਕ ਬਦਇਤਮਾਦੀ ਔਰ ਇੱਕ ਦੂਰੀ ਪੈਦਾ ਹੋ ਜਾਂਦੀ। ਉਹ ਦੂਰੀ ਦਾ ਨਤੀਜਾ ਇੱਥੇ ਦੇ ਰਹਿਣ ਵਾਲਿਆਂ ਨੂੰ ਤਾਂ ਕੁਝ ਨਹੀਂ ਹੁੰਦਾ, ਔਰ ਉਹ ਤਾਂ ਆਦੀ ਨੇ, ਕਿਉਂ ਉਹ ਇੱਧਰੋਂ ਨਹੀਂ ਅਤੇ ਇੱਧਰੋਂ ਕਿਸੇ ਕੋਲੋਂ ਪੈਸੇ ਖਿੱਚ ਲੈਣਗੇ। ਲੇਕਿਨ ਉਹ ਪਾਕਿਸਤਾਨੀ ਜਿਹੜੇ ਸਾਰਾ ਕੁਝ ਤਿਆਗ ਕੇ ਆਪਣੇ ਮੁਲਕ ਦੀ ਖਿਦਮਤ ਵਾਸਤੇ, ਆਪਣੀ ਫੈਮਿਲੀ ਦੀ ਵੈਲਫੇਅਰ ਵਾਸਤੇ ਬਾਹਰ ਜਾਂਦੇ ਨੇ, ਉਹ ਇਸ ਮੁਲਕ ਤੋਂ ਵੀ ਦੂਰ ਹੋ ਜਾਂਦੇ ਨੇ ਅਤੇ ਇਸ ਸਮਾਜ ਤੋਂ ਵੀ ਦੂਰ ਹੋ ਜਾਂਦੇ ਨੇ। ਔਰ ਅਸੀਂ ਵੇਖਿਆ, ਸਾਡੇ ਵੇਖਦੇ ਵੇਖਦੇ ਲੱਖਾਂ ਪਾਕਿਸਤਾਨੀ ਇਹ ਪਿਛਲੇ 2, 3, 4 ਸਾਲ ਦੇ ਵਿੱਚ ਬਾਹਰ ਚਲੇ ਗਏ ਨੇ। ਔਰ ਉਹ ਜਿਹਦੇ ਨਾਲ ਤੁਸੀਂ ਗੱਲ ਕਰੋ, ਉਹ ਇਹੀ ਕਹੇਗਾ ਕਿ ਜਨਾਬ ਮੈਂ ਹੁਣ ਮੁੜ ਕੇ ਨਹੀਂ ਆਉਣਾ ਪਾਕਿਸਤਾਨ। ਔਰ ਉਹਨਾਂ ਲੋਕਾਂ ਦੀ ਕੋਸ਼ਿਸ਼ ਹੈ ਕਿ ਆਪਣੇ ਬੱਚਿਆਂ ਨੂੰ ਵੀ ਲੈ ਜਾਣ, ਆਪਣੇ ਅਜ਼ੀਜ਼ ਰਿਸ਼ਤੇਦਾਰਾਂ ਨੂੰ ਵੀ ਲੈ ਜਾਣ, ਅਤੇ ਦੁਬਾਰਾ ਪਾਕਿਸਤਾਨ ਨਾ ਆਉਣ। ਅਤੇ ਜਦੋਂ ਸੂਰਤ ਹਾਲ ਇਹ ਹੋ ਜਾਵੇ ਕਿ ਤੁਹਾਡੇ ਕਮਾਉਣ ਵਾਲੇ ਹੱਥ ਔਰ ਜਿਹੜੇ ਸੋਚਣ ਸਮਝਣ ਵਾਲੇ ਦਿਮਾਗ ਨੇ, ਜਿਹੜੇ ਮਿਹਨਤੀ ਪਿੰਡੇ ਨੇ, ਇਹ ਜੇ ਤੁਹਾਡੇ ਕੋਲ ਆਉਣਾ ਹੀ ਨਾ ਚਾਹਣ, ਤੁਹਾਡੇ ਕੋਲ ਜਾਨ ਛਡਾ ਕੇ ਭੱਜਣ, ਅਤੇ ਤੁਸੀਂ ਕਿਵੇਂ ਜ਼ਿੰਦਾ ਰਹੋਗੇ, ਤੁਸੀਂ ਕਿਵੇਂ ਸਰਵਾਈਵ ਕਰੋਗੇ। ਅਤੇ ਪਾਕਿਸਤਾਨ ਦੇ ਜਿਹੜੇ ਜ਼ਰ ਮੁਬਾਦਲਾ ਦੇ ਜ਼ਖਾਇਰ ਨੇ, ਉਹਨਾਂ ਦੀ ਜਿਹੜੀ ਹਾਲਤ ਹੈ ਉਹ ਇੰਤਹਾਈ ਪਰੇਸ਼ਾਨ ਕੁਨ ਨੇ। ਕੱਲ੍ਹ ਪਰਸੋਂ ਖਬਰ ਆਈ ਸੀ ਕਿ 14 ਅਰਬ ਡਾਲਰ ਨੇ। ਔਰ ਮੈਨੂੰ ਯਾਦ ਹੈ ਕਿ 1997 ਦੇ ਵਿੱਚ ਜਦੋਂ ਪਾਕਿਸਤਾਨ ਨੇ ਐਟਮੀ ਧਮਾਕੇ ਕੀਤੇ, ਅਤੇ ਉਦੋਂ ਇਹਦੇ ਕੋਲ ਜਿਹੜੇ ਜ਼ਰ ਮੁਬਾਦਲਾ ਦੇ ਜ਼ਖਾਇਰ ਸਨ ਉਹ ਕੋਈ 10 ਅਰਬ ਡਾਲਰ ਸਨ ਉਸ ਜ਼ਮਾਨੇ 1997 ਦੇ ਵਿੱਚ। ਅਤੇ ਹੁਣ ਜਦੋਂ 2024 ਆ ਗਿਆ, ਅਤੇ ਸਾਡੇ ਕੋਲ ਜ਼ਰ ਮੁਬਾਦਲਾ ਦੇ ਜ਼ਖਾਇਰ ਨੇ 14 ਅਰਬ ਡਾਲਰ। ਔਰ ਇਹ 14 ਅਰਬ ਡਾਲਰ ਵੀ ਆ ਕਿਸ ਤਰ੍ਹਾਂ ਥੋੜ੍ਹੇ ਦਿਨਾਂ ਤੱਕ ਜੇ ਨਿਕਲੀਆਂ, ਅਤੇ ਫਿਰ ਉੱਥੇ ਅਸੀਂ ਆ ਜਾਵਾਂਗੇ ਥੱਲੇ। ਅਤੇ ਇੰਡੀਆ ਦੇ ਉਦੋਂ ਮੈਨੂੰ ਪਤਾ ਹੈ ਜਿਹਦੇ ਜ਼ਖਾਇਰ ਕੋਈ 100 ਅਰਬ ਡਾਲਰ ਦੇ ਲਗਭਗ ਸਨ, ਉਹ ਜਨਾਬ 700-800 ਅਰਬ ਡਾਲਰ 'ਤੇ ਚਲੇ ਗਏ, ਔਰ ਬਲਕਿ ਹਜ਼ਾਰਾਂ ਦੇ ਵਿੱਚ ਉਹ ਜਾਣ ਵਾਲਾ ਇੰਡੀਆ। ਅਤੇ ਤੁਸੀਂ ਮੁਕਾਬਲਾ ਜਿਹੜਾ ਹੈ ਉਹ ਕਿਸ ਤਰ੍ਹਾਂ ਕਰੋਗੇ? ਸੋਚਣ ਸਮਝਣ ਦੀਆਂ ਗੱਲਾਂ ਹੁੰਦੀਆਂ ਨੇ, ਪਾਲਿਸੀ ਬਣਾਉਣ ਦੀਆਂ ਗੱਲਾਂ ਹੁੰਦੀਆਂ ਨੇ, ਔਰ ਕਦਰ ਕਰਨੀ ਹੁੰਦੀ ਉਹਨਾਂ ਲੋਕਾਂ ਦੀ ਜਿਹੜੀ ਤੁਹਾਡੇ ਵਾਸਤੇ ਕਮਾ ਰਹੇ ਨੇ। ਓਵਰਸੀਜ਼ ਪਾਕਿਸਤਾਨੀਆਂ ਨੇ ਬੜਾ ਕੰਮ ਕੀਤਾ ਪਾਕਿਸਤਾਨ ਵਾਸਤੇ। ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਉਹਨਾਂ ਦੀ ਵਜ੍ਹਾ ਨਾਲ ਹੋ ਰਹੇ ਨੇ। ਇੱਥੇ ਬਹੁਤ ਸਾਰੇ ਖੈਰਾਤੀ ਮਨਸੂਬੇ ਉਹਨਾਂ ਦੀ ਵਜ੍ਹਾ ਨਾਲ ਚੱਲਣ ਡਏ ਨੇ। ਇੱਥੋਂ ਦੇ ਵੈਲਫੇਅਰ ਦੇ ਕੰਮ ਹੋ ਰਹੇ ਨੇ, ਇੱਥੇ ਦੇ ਇਦਾਰਿਆਂ ਨੂੰ ਡੋਨੇਸ਼ਨ ਉਹ ਦੇ ਰਹੇ ਨੇ, ਔਰ ਉਹ ਲੋਕ ਇੱਥੇ ਕਈ ਸਕੂਲ ਚਲਾ ਰਹੇ ਨੇ, ਕਾਲਜ ਚਲਾ ਰਹੇ ਨੇ, ਖੇਲਾਂ ਦੇ ਕਈ ਇਦਾਰੇ ਚਲਾ ਰਹੇ ਨੇ। ਅਤੇ ਤੁਸੀਂ ਜਦੋਂ ਉਹਨਾਂ ਦੀ ਬੇਕਦਰੀ ਕਰੋਗੇ,
ਤੇ ਉਹ ਫਿਰ ਕੀ ਕਰਨਗੇ ਤੁਹਾਨੂੰ? ਤੇ ਇਹ ਸਵਾਲ ਹੈ ਕਿ ਇੰਡੀਆ ਦੇ ਅਗਰ ਇੱਕ ਸਾਲ ਦੇ ਵਿੱਚ 125 ਅਰਬ ਡਾਲਰ ਉਹਨਾਂ ਦੇ ਤਾਰਕੀਨ ਘੱਲ ਸਕਦੇ ਨੇ, ਤੇ ਪਾਕਿਸਤਾਨ ਵਾਲੇ ਚਲੋ ਥੋੜ੍ਹੇ ਹੋਣਗੇ, 125 ਅਰਬ ਡਾਲਰ ਨਾ ਸਹੀ, ਉਹ 50 ਕੁ ਅਰਬ ਤਾਂ ਇਹ ਵੀ ਘੱਲ ਹੀ ਦੇਣਗੇ। ਪਰ ਤੁਸੀਂ ਪਹਿਲੇ ਉਹਨਾਂ ਦੀ ਇੱਜ਼ਤ ਤਾਂ ਕਰੋ। ਤੇ ਉਮੀਦ ਹੈ ਕਿ ਇਹਦੇ ਉੱਤੇ ਕੋਈ ਇਦਾਰਾ, ਕੋਈ ਹੁਕੂਮਤ ਜੇ ਕੋਈ ਹੋਈ ਤੇ ਜ਼ਰੂਰ ਗੌਰ ਕਰੇਗੀ। ਜਿਉਂਦੇ ਰਹੋ, ਵਸਦੇ ਰਹੋ।